अगर आपने हमारा चैनल सब्सक्राइब नहीं किया है तो सामने सब्सक्राइब का बटन दिख रहा है, प्लीज सब्सक्राइब करें और उसके साथ ही नोटिफिकेशन बेल आ रहा है उसे भी क्लिक करें ताकि तुरंत नोटिफिकेशन आ जाए जो वीडियो हम अपलोड करें। बाबा जय जय भीम, जय जय भीम, बाबा जय जय भीम। मुक्तेसर वीसा साजेरे की वाणी सिंह सी लागे रे, जय जय भीम, बाबा जय जय भीम। मुक्तेसर वीसा साजेरे की वाणी सिंह सी लागे रे, गाँव गाँव और गली गली में जिसका डंका बाजे, जय जय भीम, बाबा जय जय भीम, जय जय भीम, बाबा जय जय भीम। दलितों के उत्थान को लेकर रहा जो सबसे आगे, लड़ा अकेले दुनिया से वो सुख दुख अपना त्यागे। आंखों में समता की ज्वाला, आंखों में समता की ज्वाला, होठों पे ताली। जय जय भीम, बाबा जय जय भीम, जय जय भीम, बाबा जय जय भीम। चैत की 14 सन 1891 एक मसीहा जन्मा था एमपी के मोहगांव में। चैत की 14 सन 1891 एक मसीहा जन्मा था एमपी के मोहगांव में। धन्यवादी कोक की जिसने ऐसा लाल भी जागे, जाति पात की जड़ को जिसने रखड़ा ना मिला के, तुझसे पिता हो जिस वाले को होना कभी यतीम। बाबा जय जय भीम, जय जय भीम, बाबा जय जय भीम। काला चश्मा सोहे हाथ में उनके पोथी, लिखकर संविधान जलाई लोकतंत्र की ज्योति। हाथ में काला चश्मा सोहे हाथ में उनके पोथी, लिखकर संविधान जलाई लोकतंत्र की ज्योति। दिल में आज भी जन जन के ये भारत रत्न विराजे, करते हैं आभार प्रकट हम चरण धूल रखवाते। देवतुल्य था आदम रूप में वो था महामहिम। जय जय भीम, बाबा जय जय भीम, जय जय भीम, बाबा जय जय भीम, जय जय भीम, बाबा जय जय भीम, जय जय भीम, बाबा जय जय भीम। दिव्य प्रभा रत्न तू, साधु वरदान तू, आद्यकूल भूष तू, भीम राजा है तू, सकल विद्यापति ज्ञान सत्संगति, शास्त्र का सन्मति, बुद्धि से जाह तू, पंकजा नरवरा रक्त स्वजन उद्धरा, भगवंत मुसाखरा भक्त का दाह तू। शाही दलितों को तूने बुद्ध की राह दिखाई, दीक्षा भूमि नागपुर में दीक्षा उन्हें दिलाई। शाही दलितों को तूने बुद्ध की राह दिखाई, दीक्षा भूमि नागपुर में दीक्षा उन्हें दिलाई। इतने हैं उपकार तुम्हारे कोई कैसे बाचे, 14 सरोवर वो महर का पानी पिया हो जाके, शत्रु को अस्तित्व मिलाई तेरी मुहिम। जय जय भीम, बाबा जय जय भीम, जय जय भीम, बाबा जय
ਸਭ ਤੋਂ ਪਹਿਲਾਂ ਬਾਬਾ ਸਾਹਿਬ ਡਾਕਟਰ B.R. ਅੰਬੇਡਕਰ ਜੀ ਦੇ 127ਵੇਂ ਜਨਮ ਦਿਨ ਦੀ ਮੈਂ ਸਾਰੇ ਹੀ ਅੱਜ ਆਏ ਹੋਏ ਸਾਥੀਆਂ ਨੂੰ ਤੇ ਜੋ ਕੱਲ ਵੀ ਚੇਤਨਾ ਮਾਰਚ ਦੇ ਵਿੱਚ ਅਵੇਲੇਬਲ ਸੀ ਉਹਨਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਸਾਥੀਓ ਕਿ ਕਿਉਂਕਿ ਸਾਥੀ ਬਹੁਤ ਕੁਝ ਇਹਨਾਂ ਨੇ ਪਹਿਲਾਂ ਹੀ ਅੰਬੇਡਕਰ ਚੇਤਨਾ ਮਾਰਚ ਕਮੇਟੀ ਬਾਰੇ ਕਹਿ ਦਿੱਤਾ, ਕਿਉਂਕਿ ਅੰਬੇਡਕਰ ਚੇਤਨਾ ਮਾਰਚ ਕਮੇਟੀ ਦਾ ਗਠਨ ਅੱਜ ਤੋਂ 4 ਸਾਲ ਪਹਿਲਾਂ ਹੋਇਆ ਸੀ ਔਰ ਕਿਉਂਕਿ ਅਸੀਂ ਇੱਕ ਬਾਬਾ ਸਾਹਿਬ ਦੇ ਮਿਸ਼ਨ ਨੂੰ ਲੈ ਕੇ ਚੱਲੇ ਹੋਏ ਹਾਂ ਕਿ ਜਿਹੜਾ ਕਿ ਸਾਡਾ ਨਿਰੋਲ ਕੰਮ ਆ ਕਿ ਬਾਬਾ ਸਾਹਿਬ ਦੇ ਮਿਸ਼ਨ ਨੂੰ ਔਰ ਉਹਨਾਂ ਦੇ ਪ੍ਰਚਾਰ ਨੂੰ ਔਰ ਘਰ ਘਰ ਤੱਕ ਪਹੁੰਚਾਉਣਾ, ਕਿਉਂਕਿ ਅਸੀਂ ਉਹ ਕੰਮ ਕਰਦੇ ਹਾਂ ਕਿ ਜਿਹਦੇ ਨਾਲ ਸਮਾਜ ਨੂੰ ਕੋਈ ਫਾਇਦਾ ਮਿਲੇ। ਸਮਾਜ ਦੇ ਵਿੱਚ ਕਿਉਂਕਿ ਇੰਨੀਆਂ ਕੁ ਕੁਰੀਤੀਆਂ ਆ, ਤੁਸੀਂ ਇੱਕ ਨੂੰ ਵੀ ਲੈ ਕੇ ਚੱਲ ਪਓਗੇ, ਜੇ ਉਸ ਕੁਰੀਤੀ ਨੂੰ ਵੀ ਤੁਸੀਂ ਦੂਰ ਕਰ ਲਿਆ ਤੇ ਲੱਗਦਾ ਕਿ ਬਾਬਾ ਸਾਹਿਬ ਦੇ ਮਿਸ਼ਨ ਦੇ ਵਿੱਚ ਕੋਈ ਯੋਗਦਾਨ ਪਾ ਲਿਆ। ਕਿਉਂਕਿ ਇਹ ਜੋ ਇੱਕ ਟੀਮ ਆ ਔਰ ਨਿਰੋਲ ਬਾਬਾ ਸਾਹਿਬ ਦੇ ਮਿਸ਼ਨ ਨੂੰ ਲੈ ਕੇ ਚੱਲੀ ਹੋਈ ਆ, ਜਿਹਦਾ ਕਿ ਆਪਣਾ ਕੋਈ ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਕੋਈ ਜਾਣੇ। ਅਸੀਂ ਕਹਿੰਦੇ ਆ ਕਿ ਉਸ ਰਹਿਬਰ ਦੇ ਜਿਹੜੇ ਕੰਮ ਸਾਡੇ ਲਈ ਛੱਡ ਗਏ ਆ ਉਹਨਾਂ ਨੂੰ ਕੀਤਾ ਜਾਵੇ, ਕਿਉਂਕਿ ਸਮਾਜ ਦੇ ਵਿੱਚ ਇੰਨੀਆਂ ਕੁ ਕੁਰੀਤੀਆਂ ਤੁਸੀਂ ਦੇਖ ਲਓ ਕਿ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਦੂਰ ਕਰਨਾ ਆ। ਜੇ ਅਸੀਂ ਉਹਦੇ ਉੱਤੇ ਹੀ ਕੰਮ ਕਰੀਏ, ਇਹ ਉਹੀ ਇੱਕ ਬਾਬਾ ਸਾਹਿਬ ਦਾ ਮਿਸ਼ਨ ਹੈ। ਕਿਉਂਕਿ ਸਾਥੀ ਨੇ ਹੁਣੇ ਹੀ ਦੱਸਿਆ ਸੀਗਾ ਕਿ ਹਾਲੇ ਵੀ ਲੋਕ 4 ਸਾਲਾਂ 'ਚ ਇਹ ਨਹੀਂ ਸਮਝ ਸਕੇ ਕਿ ਅਸੀਂ ਜਿਹੜੇ ਚੇਤਨਾ ਮਾਰਚ ਕੱਢਦੇ ਆ ਉਹਦੇ ਵਿੱਚ ਸਾਡਾ ਕੀ ਸੰਦੇਸ਼ ਹੋਣਾ ਚਾਹੀਦਾ। ਹਰ ਬੰਦੇ ਨੂੰ ਇਹ ਲੱਗਦਾ ਕਿ ਮੈਂ ਉਹਦੇ ਵਿੱਚ ਸਭ ਤੋਂ ਅੱਗੇ ਆਪਣੀ ਪਾਲਕੀ ਲੈ ਕੇ ਚੱਲਾਂ, ਕਿਉਂਕਿ ਸਾਡਾ ਸਭ ਤੋਂ ਵੱਡਾ ਸੰਦੇਸ਼ ਤਾਂ ਇਹ ਆ ਕਿ ਬਾਬਾ ਸਾਹਿਬ ਜੋ ਕੰਮ ਸਾਡੇ ਲਈ ਛੱਡ ਗਏ ਆ ਅਸੀਂ ਉਹਨਾਂ ਨੂੰ ਪੂਰੇ ਕਰੀਏ। ਕਿਉਂਕਿ ਅਸੀਂ ਜੇ ਕਾਲਜਾਂ ਦੀ ਗੱਲ ਕਰ ਲਈਏ, ਅੱਜ ਸਾਡੇ ਲਈ ਕਾਲਜਾਂ ਦੇ ਦਰਵਾਜ਼ੇ ਫਿਰ ਬੰਦ ਹੋ ਰਹੇ ਆ, ਕਿਉਂਕਿ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੋਸਟ ਮੈਟ੍ਰਿਕ ਦੇ ਉੱਪਰ ਵੀ ਕੰਮ ਕੀਤਾ, ਉਸ ਸਕਾਲਰਸ਼ਿਪ ਸਕੀਮ ਤੇ ਕੰਮ ਕੀਤਾ ਜਿਹੜੀ ਕਿ ਸਾਡੇ ਬੱਚਿਆਂ ਦੇ ਲਈ ਫ੍ਰੀ ਆਫ ਕਾਸਟ ਸੀਗੀ। ਸਾਥੀਓ ਮੈਂ ਕਿਉਂ ਉਸ ਪਾਸੇ ਨੂੰ ਤੁਰਿਆ, ਕਿਉਂਕਿ ਮੈਨੂੰ ਲੱਗਾ ਕਿ ਅੱਜ ਫਿਰ ਸਾਡੇ ਵਿੱਚ ਸਟਰੈਂਥ ਜਿਹੜੀ ਆ ਸਟੂਡੈਂਟਸ ਦੀ ਜ਼ਿਆਦਾ ਆ, ਕਿਉਂਕਿ ਕਾਲਜਾਂ ਨੇ ਫਿਰ ਉਹੀ ਹਾਲ ਬਣਾ ਦਿੱਤਾ, ਗਵਰਨਮੈਂਟਾਂ ਨੇ ਉਹੀ ਹਾਲ ਬਣਾ ਦਿੱਤਾ ਕਿ ਸਾਡੇ ਬੱਚੇ ਉਸ ਕਾਲਜਾਂ ਦੇ ਵਿੱਚ ਜਾ ਨਾ ਸਕਣ। ਫੀਸ ਇੰਨੀ ਕੁ ਵਧਾ ਦਿੱਤੀ ਕਿ ਜਿਹੜੀ ਕਿ ਸਾਡੇ ਪੇਰੈਂਟਸ ਬੱਚਿਆਂ ਦੇ ਪੇਰੈਂਟਸ ਪੇ ਨਹੀਂ ਕਰ ਸਕਦੇ, ਕਿਉਂਕਿ ਇੱਕ ਸੀਗੀ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅੰਡਰ ਜਿਹੜੇ ਪੇਰੈਂਟਸ ਦੀ ਇਨਕਮ 2.5 ਲੱਖ ਆ ਉਹ ਚਾਹੇ ਕਿਸੇ ਵੀ ਕਾਲਜ ਵਿੱਚ ਦਾਖਲਾ ਕਰਾਉਣ ਔਰ ਉਹਨਾਂ ਦੀ ਕੋਈ ਫੀਸ ਨਹੀਂ ਲੱਗੇਗੀ। ਔਰ ਪਿਛਲੇ ਸਾਲ ਤੋਂ ਕੀ ਕਰ ਦਿੱਤਾ ਕਿ ਗਵਰਨਮੈਂਟ ਕਾਲਜਾਂ ਦੇ ਬਰਾਬਰ ਉਹ ਫੀਸ ਦੇਣਗੇ। ਗਵਰਨਮੈਂਟ ਕਾਲਜ ਦੀ ਫੀਸ 15,000 ਹੁੰਦੀ ਆ ਤੇ ਪ੍ਰਾਈਵੇਟ ਕਾਲਜ ਦੀ ਫੀਸ 70,000 ਆ, ਔਰ ਜਿਹੜਾ ਉਹਦਾ ਵਿੱਚ ਵਾਲਾ ਗੈਪ ਆ ਉਹ ਕੌਣ ਭਰੂਗਾ? ਗਵਰਨਮੈਂਟਾਂ ਕਹਿੰਦੀਆਂ ਬੱਚੇ ਭਰਨ, ਬੱਚੇ ਦੇ ਪੇਰੈਂਟਸ ਭਰਨ, ਉਸ ਦੇ ਲਾਇਕ ਨਹੀਂ ਜਾਂ ਉਹ ਭਰ ਨਹੀਂ ਸਕਦੇ ਤੇ ਉਹ ਬੱਚਾ ਆਪਣੇ ਆਪ ਹੀ ਘਰ ਬੈਠ ਜਾਏਗਾ। ਇਹ ਇੱਕ ਗਿਣੀ ਚੁਣੀ ਮਿਤੀ ਹੋਈ ਜਿਹੜੀ ਸਾਜ਼ਿਸ਼ ਆ। ਪਹਿਲਾਂ ਤਾਂ 8ਵੀਂ ਤੱਕ ਸਾਡੇ ਬੱਚੇ ਫੇਲ ਨਹੀਂ ਕਰਨੇ ਔਰ 8ਵੀਂ ਤੋਂ ਬਾਅਦ ਉਹਨਾਂ ਗਵਰਨਮੈਂਟ ਸਕੂਲਾਂ ਚੋਂ ਨਿਕਲ ਕੇ ਜੇ ਕੋਈ ਬੱਚਾ ਵਿੱਚੋਂ ਨਿਕਲ ਕੇ ਚਲਾ ਵੀ ਜਾਂਦਾ ਤੇ ਉਹ ਗਾਹਾਂ ਨਾ ਪੜ ਸਕੇ। ਇਸ ਕਰਕੇ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਜਿਹੜੀ ਵੀ ਅਸੀਂ ਕੋਈ ਕ੍ਰਿਤੀ ਦੇਖਦੇ ਹਾਂ ਅਸੀਂ ਉਹਨੂੰ ਜ਼ਰੂਰ ਹਾਈਲਾਈਟ ਕਰੀਏ। ਜਿੰਨਾ ਅਸੀਂ ਉਸ ਚੀਜ਼ ਤੇ ਕੰਮ ਕਰਾਂਗੇ, ਜਦੋਂ ਗਵਰਨਮੈਂਟ ਦੇ ਕੋਲੋਂ ਜਾਊਗੀ ਤਦ ਹੀ ਪਤਾ ਲੱਗੇਗਾ ਕਿ ਇਹਦਾ ਹੱਲ ਕੀ ਆ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਔਰ ਇਸ ਚੀਜ਼ ਨੂੰ ਮੀਡੀਆ ਵੀ ਨਹੀਂ ਕੋਈ ਦਿਖਾਉਂਦਾ। ਜੇ ਸਾਡੇ ਉੱਤੇ ਕੋਈ ਤਸ਼ੱਦਦ ਹੁੰਦਾ ਉਹਨੂੰ ਮੀਡੀਆ ਵੀ ਨਹੀਂ ਦਿਖਾਉਂਦਾ ਔਰ ਗਵਰਨਮੈਂਟ ਉਸ ਚੀਜ਼ ਨੂੰ ਬੰਦ ਕਰਕੇ ਰੱਖ ਦਿੰਦੀ ਆ ਕਿ ਇਹ ਲੋਕ ਆਪਣਾ ਕੋਈ ਸੁਨੇਹਾ ਨਾ ਪਹੁੰਚਾ ਦੇਣ। ਕਿਉਂਕਿ ਮੈਂ ਜ਼ਿਆਦਾ ਪੁਰਾਣੀ ਗੱਲ ਨਹੀਂ ਕਰੂੰਗਾ, ਕਿਉਂਕਿ ਕੱਲ ਫਗਵਾੜੇ ਦੇ ਵਿੱਚ ਫਿਰ ਇੱਕ ਸਾਡੇ ਲੋਕਾਂ ਦੇ ਉੱਪਰ ਤਸ਼ੱਦਦ ਹੋਇਆ। ਉਸ ਤਸ਼ੱਦਦ ਨੂੰ ਰੋਕਣ ਦੇ ਲਈ, ਬੰਦ ਕਰਨ ਦੇ ਲਈ ਗਵਰਨਮੈਂਟ ਨੇ ਕੀ ਕੀਤਾ? ਤੁਹਾਡਾ ਇੰਟਰਨੈਟ ਬੰਦ ਕਰ ਦਿੱਤਾ। ਕਿਉਂ ਬੰਦ ਕਰ ਦਿੱਤਾ? ਕਿ ਇਹਨਾਂ ਲੋਕਾਂ ਦੀਆਂ ਗੱਲਾਂ ਇਹਨਾਂ ਤੱਕ ਪਹੁੰਚਣ ਨਾ, ਕਿਉਂਕਿ ਇਸ ਮਨੂਵਾਦੀ ਮੀਡੀਆ ਨੇ ਤਾਂ ਸਾਡੀ ਗੱਲ ਪਹੁੰਚਣੀ ਨਹੀਂ ਦੇਣੀ। ਜੇ ਤੁਸੀਂ WhatsApp ਜਾਂ Facebook ਦੇ ਜ਼ਰੀਏ ਵੀ ਆਪਣੀ ਕੋਈ ਗੱਲ ਪਹੁੰਚਾਉਣਾ ਚਾਹੁੰਦੇ ਆ ਉਹ ਵੀ ਨਾ ਪਹੁੰਚਣ ਦਿੱਤੀ ਜਾਵੇ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਸਾਡੇ ਪ੍ਰਤੀ ਹੋ ਰਹੀਆਂ। ਕਿਉਂਕਿ ਉੱਥੇ ਤੁਸੀਂ ਦੇਖੋ ਔਰ ਉਹਨਾਂ ਨੇ ਜੇ ਕਿਸੇ ਨੂੰ ਕੋਈ ਸਾਡੇ ਪੋਸਟਰ ਦੀ ਕਿਸੇ ਚੀਜ਼ ਦੀ ਕੋਈ ਮੈਂ ਕਹਿੰਦਾ ਕਿ ਆਬਜੈਕਸ਼ਨ ਲੱਗਦਾ ਕਿਸੇ ਨੂੰ, ਉਹ ਲਿਖ ਕੇ ਦੇਣ, ਆਪਣੀ ਕੰਪਲੇਂਟ ਕਰਨ।
ਜੇ ਉਹ ਕਾਨੂੰਨ ਨੂੰ ਹੱਥ ਵਿੱਚ ਲੈਂਦੇ ਆ ਔਰ ਉਸ ਤੋਂ ਬਾਅਦ ਆ ਕੇ ਗੋਲੀਆਂ ਵੀ ਚਲਾਉਂਦੇ ਆ, ਕਿਉਂ ਚਲਾਉਂਦੇ ਆ? ਔਰ ਉਹਦੇ ਵਾਸਤੇ ਇਹਨਾਂ ਨੂੰ ਉਹਨਾਂ ਤੋਂ ਪੁੱਛਣਾ ਚਾਹੀਦਾ, ਨਾ ਕਿ ਸਾਡੇ ਲੋਕਾਂ ਨੂੰ ਫਿਰ ਚੱਕ ਕੇ ਕੇਸ ਉਹਨਾਂ ਤੇ ਦਰਜ ਕਰ ਦਿਓ। ਮੈਂ ਇਸ ਕਰਕੇ ਸਾਰੇ ਹੀ ਸਾਥੀਆਂ ਨੂੰ ਫਿਰ ਇਹੀ ਅਪੀਲ ਕਰਦਾ ਕਿ ਆਪਾਂ ਜਿੱਥੇ ਵੀ ਕੋਈ ਕੰਮ ਕਰਨਾ ਉਹਨੂੰ ਆਪਣੇ ਸੰਵਿਧਾਨ ਦੇ ਦਾਇਰੇ ਦੇ ਅੰਦਰ ਰਹਿੰਦੇ ਹੋਏ ਕਰੀਏ, ਕਿ ਇਹਨਾਂ ਨੂੰ ਅਸੀਂ ਕੋਈ ਮੌਕਾ ਨਾ ਦਈਏ, ਕਿਉਂਕਿ ਨਾ ਤਾਂ ਮੀਡੀਆ ਸਾਡਾ ਤੇ ਨਾ ਸਾਡਾ ਇਲੈਕਟ੍ਰੋਨਿਕਸ ਮੀਡੀਆ। ਜੇ ਤੁਹਾਡੇ ਹੱਥ ਵਿੱਚ WhatsApp ਤੇ Facebook ਆਇਆ ਸੀ, ਉਹ ਇਹਨਾਂ ਦੇ ਹੱਥ ਵਿੱਚ ਹੈ, ਜਦੋਂ ਮਰਜ਼ੀ ਬੰਦ ਕਰ ਦੇਣ, ਜਦੋਂ ਮਰਜ਼ੀ ਉਹਨੂੰ ਚਲਾ ਦੇਣ, ਕਿਉਂਕਿ ਉਹਦੇ ਉੱਤੇ ਵੀ ਤੁਹਾਡਾ ਕੋਈ ਅਧਿਕਾਰ ਨਹੀਂ। ਕਿਉਂਕਿ ਟਾਈਮ ਬਹੁਤ ਹੋ ਗਿਆ, ਸਾਡੀ ਅਗਲੀ ਕੋਰੀਓਗ੍ਰਾਫੀ ਜਿਹੜੀ ਉਹ ਤਿਆਰ ਆ। ਔਰ ਮੈਂ ਇੱਥੇ ਹੀ ਵਿਰਾਮ ਦਿੰਦਾ। ਜੈ ਭੀਮ, ਜੈ ਭਾਰਤ। ਗੀਤਕਾਰ ਲਾਡੀ ਜੱਸਲ ਜੀ, ਜਿਨ੍ਹਾਂ ਨੇ ਹੁਣੇ ਇੱਕ ਬਹੁਤ ਹੀ ਕ੍ਰਾਂਤੀਕਾਰੀ ਗੀਤ ਜਿਹੜਾ ਆ ਉਹ ਬੜੇ ਨਿਡਰ ਹੋ ਕੇ पेश किया कि संविधान बदलने की जो बात करेगा बीच चौराहे में वो जिंदा ही सड़ेगा। एक चेतावनी उन्होंने दी है। इस तरह का हौसला घट ही लोग कर सकते हैं। असी उन्होंने भी जी आਇਆਂ ਨੂੰ आखते हैं। साडे विच कुलदीप कलेर जी जो कि डॉक्टर अंबेडकर चेतना मार्च कमेटी दे साडे परमानेंट मैंबर है, वो भी पहुंचे हैं। उन्होंने जी आਇਆਂ ਨੂੰ आखते हैं। परोस के नहीं हक मिलदे, थाली च परोस के नहीं हक मिलदे, खोड़ पैंदा कोई संघर्षां देना, खोड़ पैंदा कोई संघर्षां देना। जीवन गुलामी दा तबाह हुंदा है, जुल्मां नूं सहना भी गुनाह हुंदा है, जुल्मां नूं सहना भी गुनाह हुंदा है। गुलामां नूं गुलामी दा कराओ एहसास, गुलामां नूं गुलामी दा कराओ एहसास। अगे वध सामे ना मिला के चलो चाल, थाली च परोस के नहीं हक मिलदे, थाली च परोस के नहीं हक मिलदे। खोड़ पैंदा कोई संघर्षां देना, खोड़ पैंदा कोई संघर्षां देना। उन्हां दा ही हुंदा है अमीर वीर सा, जेड़ी कौम तुर तुर मानी वाले दा, जेड़ी कौम तुर कुर्बानी वाले दा। बुझण नहीं देनी रखवाल दी मसाल, साडे लिए तो साडे गुरु कोई बाबले। बुझण नहीं देनी रखवाल दी मशाल, बुझण नहीं देनी रखवाल दी मशाल। थाली च परोस के नहीं हक मिलदे, थाली च परोस के नहीं हक मिलदे। खोड़ पैंदा कोई संघर्षां देना, खोड़ पैंदा कोई संघर्षां देना। काम जेड़ी रैबरां नूं भुल जांदी, भुल्लां रस जीवे और उल जांदी, भुल्लां रस जीवे और उल जांदी। इकट्ठे होके काफले बना के चल पो, इकट्ठे होके काफले बना के चल पो, फिर वैर विंगा कर सकदे नी वा। थाली च परोस के नहीं हक मिलदे, थाली च परोस के नहीं हक मिलदे। खोड़ पैंदा कोई संघर्षां देना, खोड़ पैंदा कोई संघर्षां देना। कल्ले कल्ले होके ना बजा तसले, एकता दे नाल होण हल मसले, एकता दे नाल होण हल मसले। इकट्ठे होके जन्म मनाओ हर साल, इकट्ठे होके जन्म मनाओ हर साल। थाली च परोस के नहीं हक मिलदे, खोड़ पैंदा कोई संघर्षां देना, खोड़ पैंदा कोई संघर्षां देना। थाली च परोस के नहीं हक मिलदे, थाली च परोस के नहीं हक मिलदे। खोड़ पैंदा कोई संघर्षां देना, खोड़ पैंदा कोई संघर्षां देना। जय भीम, जय भारत। We have gathered here to celebrate 127th birth anniversary of Bharat Ratna Dr. B.R. Ambedkar, who is also known as the architect of the Indian Constitution. Talking about the achievements of that great personality is like to showing a candle to the sun. But still I would like to talk about the symbol of knowledge, Dr. B.R. Ambedkar, who were the Dalits, who were exploited physically, socially and morally by the followers of monoism from past 5,000 years and given a new outlook to their lives. If today we are living a good life, it is only because of Dr. B.R. Ambedkar, who fought a lifelong battle against monoism. Dr. B.R. Ambedkar pursued his education from University of Mumbai, Columbia University, London School of Economics,
which include MA, PhD, MSc, DSc, Barrister at Law, LLD, D Literature and wrote many things. He said that people from depressed classes should educate, organize and agitate. It is unfortunate that still a particular section of society is following Manuism. These people intentionally or unintentionally are working against the ideology of Dr. B.R. Ambedkar. In today's scenario, it is must to read about Dr. B.R. Ambedkar's life, what he had done for our nation. He had provided a very good and strong and flexible constitution to our nation. He was not only the leader of Dalits, but he was the leader of humanity. In the end, I would like to quote one of his sayings, "We are Indians, firstly and lastly, thank you, Jai Bhim, Jai Bharat." ਵਾਲੀ ਗੱਲ ਇਹ ਹੈ ਕਿ ਸਰਕਾਰੀ ਸਕੂਲਾਂ 'ਚ ਬੋਰਡ ਲੱਗੇ ਆ, ਪੜ੍ਹੋ ਪੰਜਾਬੀ, ਲਿਖੋ ਪੰਜਾਬੀ, ਬੋਲੋ ਪੰਜਾਬੀ। ਔਰ ਕਈ ਵਾਰੀ ਵੱਡੇ ਵੱਡੇ ਸੈਮੀਨਾਰ ਕੀਤੇ ਜਾਂਦੇ ਆ ਇਸ ਦੇ ਉੱਪਰ ਹੀ ਕਿ ਪੜ੍ਹੋ ਪੰਜਾਬੀ। ਕੀ ਉਹਨਾਂ ਦੇ ਬੱਚੇ ਵੀ ਪੰਜਾਬੀ ਸਕੂਲਾਂ 'ਚ ਪੜ੍ਹਦੇ ਆ? ਆਪਣੇ ਬੱਚੇ ਉਹਨਾਂ ਦੇ ਇੰਗਲਿਸ਼ ਮੀਡੀਅਮ 'ਚ ਪੜ੍ਹਦੇ ਆ, ਉਹ ਕੈਂਬਰਿਜ ਸਕੂਲਾਂ 'ਚ ਪੜ੍ਹਦੇ ਆ, ਇੰਟਰਨੈਸ਼ਨਲ ਸਕੂਲਾਂ 'ਚ ਪੜ੍ਹਦੇ ਆ। ਸਾਡੇ ਬੱਚਿਆਂ ਨੂੰ ਕੀ ਕਹਿੰਦੇ ਆ ਕਿ ਪੰਜਾਬੀ ਤੱਕ ਦਿਓ। ਕੀ ਗੱਲ ਹੈ ਬਈ, ਅਸੀਂ ਇੰਗਲਿਸ਼ ਨਹੀਂ ਬੋਲ ਸਕਦੇ, ਅਸੀਂ ਇੰਗਲਿਸ਼ ਨਹੀਂ ਪੜ੍ਹ ਸਕਦੇ? ਇਹ ਵੀ ਇੱਕ ਛੜਯੰਤਰ ਹੈ। ਸੋ ਸਾਨੂੰ ਇਹਨਾਂ ਦੇ ਸਾਰੇ ਛੜਯੰਤਰ ਜਿਹੜੇ ਆ ਉਹ ਜਾਣ ਕੇ ਉਹਦਾ ਜਵਾਬ ਦੇਣਾ ਪਏਗਾ। ਇਹ ਜੋ ਬੱਚਾ ਸਰੀਨ ਜੱਸਲ ਇੰਗਲਿਸ਼ ਵਿੱਚ ਸਪੀਚ ਦੇ ਕੇ ਗਿਆ, ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕ੍ਰਾਂਤੀ ਹੈ, ਇੱਕ ਜ਼ੋਰਦਾਰ ਤਾੜੀ ਜਿਹੜੀ ਹੈ ਉਹ ਬਣਦੀ ਹੈ। ਸਾਡੇ ਵਿੱਚ ਡਾਕਟਰ ਅੰਬੇਦਕਰ ਚੇਤਨਾ ਮਾਰਚ ਕਮੇਟੀ ਦੇ 99ਵੇਂ ਸਾਥੀ ਪ੍ਰੋਫੈਸਰ ਡਾਕਟਰ ਤੀਰਥ ਬਸਰਾ ਜੀ ਪਹੁੰਚੇ ਆ। ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। आप सब जानते हैं कि हम सब यहाँ संविधान निर्माता डॉक्टर भीमराव अंबेडकर जी का 127वां 127th जन्म दिवस मनाने के लिए इकट्ठा हुए हैं। इसलिए मैं आपको उनके बारे में कुछ पंक्तियां सुनाने जा रही हूँ कि ताजमहल अगर प्रेम की निशानी है, ताजमहल अगर प्रेम की निशानी है तो 14 अप्रैल भी एक शेर की कहानी है। ताजमहल अगर प्रेम की निशानी है तो 14 अप्रैल भी शेर की कहानी है। भीम ने आंख खोली, भीम ने आंख खोली, हर कोई इंसान बन गया। भीम ने आंख खोली, हर कोई इंसान बन गया। भीम ने जुबान खोली, हर कोई तूफान बन गया। भीम ने आंख खोली, हर कोई इंसान बन गया। भीम ने जुबान खोली, हर कोई तूफान बन गया। भीम ने किताब खोली, भीम ने किताब खोली, हर कोई विद्वान बन गया। भीम ने कलम खोली और इस देश का संविधान बन गया। भीम ने कलम खोली और इस देश का संविधान बन गया और संविधान की वजह से ही आज चाय वाला प्रधानमंत्री बन गया। धन्यवाद। जय भीम, जय भारत। ਮਿਸ਼ਨਰੀ ਫੈਮਿਲੀ ਸਾਡੇ ਡਾਕਟਰ ਸੁਰਿੰਦਰ ਜੀ ਜੋ ਸਾਡਾ ਸਟੇਜ ਦਾ ਕੰਮ ਚਲਾ ਰਹੇ ਆ, ਉਹਨਾਂ ਦੀ ਬੇਟੀ ਆ ਔਰ 7th ਚ ਪੜ੍ਹਦੀ ਆ ਔਰ ਇੰਨੀਆਂ ਕੁ ਵਧੀਆ ਪੇਸ਼ਕਾਰੀਆਂ ਆਪਣੇ ਸਕੂਲ ਦੇ ਵਿੱਚ ਵੀ ਬੜੀਆਂ ਵਧੀਆ ਪੇਸ਼ਕਾਰੀਆਂ ਦਿੰਦੀ ਆ। ਉੱਥੇ ਇਹਨੇ ਤਿਰੰਗੇ ਦੇ ਉੱਪਰ ਪਿਛੇ ਦਿੱਤਾ ਸੀ ਔਰ ਇੰਨਾ ਕੁ ਵਧੀਆ ਔਰ ਇੰਨਾ ਕੁ ਖੂਬਸੂਰਤ ਸੀ ਔਰ ਮੈਂ ਔਰ ਬੇਬੀ ਨੂੰ ਬਹੁਤ ਧੰਨਵਾਦ ਵੀ ਕਰਦਾ। ਔਰ ਮੈਂ ਇੱਥੇ ਕਿਹਾ ਸੀਗਾ ਕਿ ਜਿਹੜਾ ਵੀ ਬੱਚਾ ਅੱਜ ਇੱਥੇ ਪਰਫਾਰਮੈਂਸ ਦਊਗਾ ਅਸੀਂ ਉਹਨੂੰ 100 ਰੁਪਇਆ ਜ਼ਰੂਰ ਦੇਵਾਂਗੇ ਔਰ ਹਰਨੂਰ ਲਈ ਵੀ ਅਸੀਂ ਉਹੀ 100 ਰੁਪਇਆ ਜਿਹੜਾ ਆ ਉਹ ਆਪਣੇ ਵੱਲੋਂ ਦੇ ਰਹੇ ਹਾਂ ਔਰ ਉਹਦਾ ਬਹੁਤ ਧੰਨਵਾਦ ਕਰਦੇ ਹਾਂ। परम सत्कारयोग ਅੱਜ ਦੇ ਇਸ ਪਵਿੱਤਰ ਸਮਾਗਮ ਦੇ ਵਿੱਚ ਇਕੱਤਰ ਹੋਏ ਬਾਬਾ ਸਾਹਿਬ ਦੇ ਨਿਆਈਆਂ ਨੂੰ ਮੈਂ ਅੰਬੇਡਕਰ ਚੇਤਨਾ ਮੰਚ ਤੋਂ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ 127ਵੇਂ ਜਨਮ ਦਿਹਾੜੇ ਦੀ
ਲੱਖ ਲੱਖ ਵਧਾਈ ਦਿੰਦਾ ਹੈ, ਕਿਉਂਕਿ ਜਨਮ ਦਿਹਾੜੇ ਜਿਹੜੇ ਆ ਉਹਨਾਂ ਲੋਕਾਂ ਦੇ ਮਨਾਏ ਜਾਂਦੇ ਆ ਜਿਹੜੇ ਇਸ ਦੁਨੀਆ ਦੇ ਉੱਪਰ ਆ ਕੇ ਆਪਣੇ ਜੀਵਨ ਦਾ ਜਿਹੜਾ ਇੱਕ ਪਲ ਹੈ ਉਹ ਮਨੁੱਖਤਾ ਦੀ ਸੇਵਾ ਵਾਸਤੇ ਲਾਉਂਦੇ ਆ ਔਰ ਮਨੁੱਖਤਾ ਦੇ ਕਾਰਜ ਸਵਾਰ ਕੇ ਚਲੇ ਜਾਂਦੇ ਆ। ਪਰ ਉਹ ਲੋਕ ਜਿਸਮਾਨੀ ਤੌਰ ਤੇ ਤਾਂ ਸਾਡੇ ਵਿੱਚੋਂ ਚਲੇ ਜਾਂਦੇ ਆ, ਪਰ ਵਿਚਾਰਿਕ ਤੌਰ ਤੇ ਸਾਡੇ ਵਿੱਚ ਹਮੇਸ਼ਾ ਵਿਚਰਦੇ ਰਹਿੰਦੇ ਆ, ਕਿਉਂਕਿ ਅਸੀਂ ਉਹਨਾਂ ਦੀਆਂ ਜਿਹੜੀਆਂ ਸਿੱਖਿਆਵਾਂ ਆ, ਉਹਨਾਂ ਦੇ ਜਿਹੜੇ ਕਰਮ ਕੀਤੇ ਹੋਏ ਆ, ਉਹਨਾਂ ਦੇ ਉੱਤੇ ਚੱਲਦਿਆਂ ਹੋਇਆ ਆਪਣੇ ਸਮਾਜ ਦੀ ਜਿਹੜੀ ਬਿਹਤਰੀ ਵਾਸਤੇ ਕੰਮ ਕਰਦੇ ਆ। ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਜਿਨ੍ਹਾਂ ਨੇ ਇਸ ਦੇਸ਼ ਦੇ ਦੱਬੇ ਕੁਚਲੇ ਲੋਕਾਂ ਵਾਸਤੇ ਅਥਾਹ ਕੋਸ਼ਿਸ਼ਾਂ ਕੀਤੀਆਂ, ਉਹਨਾਂ ਦੇ ਜੀਵਨ ਦੇ ਉਥਾਨ ਵਾਸਤੇ। ਅੱਜ ਜਿਹੜੀਆਂ ਔਰਤਾਂ ਸਾਡੇ ਵਿੱਚ ਬਰਾਬਰ ਬੈਠੀਆਂ, ਜਿਨ੍ਹਾਂ ਨੂੰ ਕਿਸੇ ਸਮੇਂ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ, ਬਾਬਾ ਸਾਹਿਬ ਨੇ ਉਹਨਾਂ ਵਾਸਤੇ ਰਾਖਵਾਂਕਰਨ ਕਰਕੇ ਉਹਨਾਂ ਨੂੰ ਸਿਰ ਦਾ ਤਾਜ ਬਣਾਇਆ। ਅੱਜ ਔਰਤ ਜੇ ਆਪਣੇ ਆਪ ਜੇ ਬਿਹੂਣੀ ਬਣੀ ਹੋਈ ਹੈ, ਇਹ ਉਹਦੀ ਗਲਤੀ ਹੈ। ਬਾਬਾ ਸਾਹਿਬ ਨੇ ਜੇ ਉਹਨੂੰ ਅਧਿਕਾਰ ਦਿੱਤਾ, ਜੇ ਅੱਜ ਦੇਸ਼ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਬਣ ਗਈ ਹੈ, ਜੇ ਯੂਪੀ ਦੀ ਇੱਕ ਦਲਿਤ ਔਰਤ ਜਿਹੜੀ ਹੈ ਮੁੱਖ ਮੰਤਰੀ ਬਣ ਸਕਦੀ ਹੈ, ਤਾਂ ਤੁਸੀਂ ਵੀ ਔਰਤਾਂ ਜਿਹੜੀਆਂ ਆ ਆਪਣੇ ਘਰ ਚਲਾ ਸਕਦੀਆਂ, ਆਪਣਾ ਸਮਾਜ ਚਲਾ ਸਕਦੀਆਂ। ਇਹ ਜ਼ਿੰਮੇਵਾਰੀ ਤੁਹਾਨੂੰ ਲੈਣੀ ਪੈਣੀ ਹੈ, ਕਿਉਂਕਿ ਸਮਾਂ ਜਿਹੜਾ ਆ ਉਹ ਪੁਕਾਰ ਰਿਹਾ, ਦੁਸ਼ਮਣ ਜਿਹੜਾ ਸਾਡੇ ਤੇ ਹਾਵੀ ਹੋ ਰਿਹਾ ਹੈ, ਸਮੇਂ-ਸਮੇਂ ਤੇ ਛਿੜਯੰਤਰ ਹੋ ਰਹੇ ਹੈ। ਤੁਸੀਂ ਦੇਖਿਆ ਹੋਣਾ 2 ਤਰੀਕ ਤੋਂ ਪਹਿਲਾਂ ਜਿਹੜਾ ਛਿੜਯੰਤਰ ਰਚਿਆ ਗਿਆ ਦੇਸ਼ ਦੀ ਸਿਆਸਤ ਵੱਲੋਂ, ਦੇਸ਼ ਦੀ ਜਿਹੜੀ ਹੁਕਮਰਾਨ ਪਾਰਟੀ ਹੈ ਭਾਰਤੀ ਜਨਤਾ ਪਾਰਟੀ, ਔਰ ਉਹਦੀ ਜਿਹੜੀ ਸਭ ਤੋਂ ਵੱਡੀ ਸਹਿਯੋਗੀ ਸੰਸਥਾ ਹੈ ਆਰਐਸਐਸ, ਔਰ ਦੇਸ਼ ਦਾ ਜਿਹੜਾ ਸੁਪਰੀਮ ਕੋਰਟ ਆ, ਇਹਨਾਂ ਤਿੰਨਾਂ ਉੱਚ ਸ਼ਕਤੀਆਂ ਨੇ ਮਿਲ ਕੇ ਦਲਿਤਾਂ ਦਾ ਜਿਹੜਾ ਆ ਮਾਨ ਸਨਮਾਨ ਦਾ ਹੱਕ ਸੀਗਾ ਉਹਨੂੰ ਖੋਹਣ ਦੀ ਕੋਸ਼ਿਸ਼ ਕੀਤੀ ਹੈ। ਪਰ ਉਹਦੇ ਵਿਰੋਧ ਦੇ ਵਿੱਚ ਜੋ ਪ੍ਰੋਟੈਸਟ ਜਿਹੜਾ 2 ਤਰੀਕ ਨੂੰ ਹੋਇਆ, ਉਸਨੇ ਇਸ ਦੇਸ਼ ਦੀ ਸਿਆਸਤ ਨੂੰ, ਇਸ ਦੇਸ਼ ਦੇ ਹੁਕਮਰਾਨਾਂ ਨੂੰ, ਇਸ ਦੇਸ਼ ਦੇ ਮਨੂਵਾਦ ਸਿਸਟਮ ਨੂੰ ਦੱਸ ਦਿੱਤਾ ਹੈ ਕਿ ਅਸੀਂ ਜਾਗਦੇ ਹਾਂ। ਜੇ ਕੋਈ ਸਾਡੇ ਹੱਕਾਂ ਦੇ ਉੱਤੇ ਡਾਕਾ ਮਾਰੇਗਾ ਤੇ ਅਸੀਂ ਉਹਨੂੰ ਜਿਹੜਾ ਇੱਟ ਦਾ ਜਵਾਬ ਹੈ ਪੱਥਰ ਦੇ ਨਾਲ ਦੇਵਾਂਗੇ, ਔਰ ਦਿੱਤਾ। ਮਨੂਵਾਦ ਸਮਾਜ ਜਿਹੜਾ ਅੱਗ ਬਬੂਲਾ ਹੋਇਆ, ਉਹਦੇ ਕੋ ਬਰਦਾਸ਼ਤ ਨਹੀਂ ਹੋਇਆ ਕਿ ਜਿਹੋ ਜਿਹੀ ਪਰਫਾਰਮੈਂਸ ਇਹਨਾਂ ਦਲਿਤਾਂ ਨੇ 2 ਤਰੀਕ ਨੂੰ ਦਿੱਤੀ ਹੈ, ਇਹ ਕੰਮ ਅਸੀਂ ਕਦੇ ਹਥਿਆਰ ਦੇ ਵਿੱਚ ਨਾ ਕੀਤਾ ਤੇ ਨਾ ਸਾਡੇ ਕੋਲ ਹੋਣਾ। ਰਿਜ਼ਲਟ ਕੀ ਆਇਆ? ਵੱਖਰੀਆਂ ਵੱਖਰੀਆਂ ਸਟੇਟਾਂ ਦੇ ਵਿੱਚ ਮਨੂਵਾਦ ਦੇ ਲੋਕਾਂ ਨੇ ਸਾਡੇ ਲੋਕਾਂ ਦੇ ਉੱਤੇ ਤਸ਼ੱਦਦ ਢਾਇਆ, ਜਿਹਦੇ ਵਿੱਚ ਸਾਡੀ ਕੌਮ ਦੇ 10 ਸ਼ਹੀਦ ਹੋਏ ਆ। ਅਸੀਂ ਉਹਨਾਂ ਨੂੰ ਵੀ ਨਮਨ ਕਰਦੇ ਆ ਜਿਨ੍ਹਾਂ ਨੇ ਲੋਕਾਂ ਨੇ ਇਸ ਵੱਡੇ ਘੱਲੂਘਾਰੇ ਦੇ ਵਿੱਚ ਜਿਹੜੀ ਆਪਣੀ ਸ਼ਹਾਦਤ ਦਿੱਤੀ ਆ।
ਉਹ ਸਾਡੇ ਦਿਲਾਂ ਤੇ ਸਦਾ ਰਾਜ ਕਰਨਗੇ। ਤਾਂ ਔਰ ਵਾਰਨਿੰਗ ਕਰਦੇ ਆ ਉਹਨਾਂ ਲੋਕਾਂ ਨੂੰ ਕਿ ਤੁਸੀਂ ਬਾਜ਼ ਆ ਜਾਓ। ਜੇ ਤੁਸੀਂ ਆਪਣੀਆਂ ਕਰਤੂਤਾਂ ਤੋਂ ਬਾਜ਼ ਨਾ ਆਏ ਤਾਂ ਇਹ ਦੇਸ਼ ਦਾ ਜਿਹੜਾ ਦਲਿਤ ਸਮਾਜ ਹੈ ਬਾਬਾ ਸਾਹਿਬ ਦੇ ਕਹੇ ਅਨੁਸਾਰ ਇੱਕ ਦਿਨ ਫੌਲਾਦ ਬਣ ਜਾਏਗਾ, ਇੱਕ ਦਿਨ ਬੰਬ ਬਣ ਜਾਏਗਾ ਜਿਹੜਾ ਤੁਹਾਨੂੰ ਇਸ ਦੇਸ਼ ਦੇ ਅੰਦਰ ਟਿਕ ਕੇ ਨਹੀਂ ਰਹਿਣ ਦੇਵੇਗਾ। ਜਿੱਥੋਂ ਤੁਸੀਂ ਆਏ ਆ ਅਸੀਂ ਪਰਨ ਕਰਦੇ ਆ ਅੱਜ ਸਾਡਾ ਸਮਾਜ ਇਕੱਠਾ ਹੋਇਆ ਵੀ ਅਸੀਂ ਇੱਕ ਦਿਨ ਇਹੋ ਜਿਹਾ ਤਹਈਆ ਕਰਨਾ ਕਿ ਇਹਨਾਂ ਲੋਕਾਂ ਨੂੰ ਉਸੇ ਮੁਲਕ ਦੇ ਵਿੱਚ ਭੇਜਣਾ ਜਿੱਥੋਂ ਇਹਨਾਂ ਨੂੰ ਆਰੀਆ ਲੋਕ ਕਹਿੰਦੇ ਆ। ਅਸੀਂ ਜਿਹੜੇ ਪ੍ਰਵਾਸੀ ਲੋਕ ਆ ਉਜਰਤ ਕਰਨਾ ਇਸ ਦੇਸ਼ ਦੇ ਰਾਖੇ ਬਣ ਗਏ, ਇਸ ਦੇਸ਼ ਦੇ ਮਾਲਕ ਬਣ ਗਏ ਔਰ ਜਿਹੜੇ ਇਸ ਦੇਸ਼ ਦੇ ਮਾਲਕ ਸੀ ਉਹਨਾਂ ਨੂੰ ਭਿਖਾਰੀ ਬਣਾ ਦਿੱਤਾ ਕਿਉਂਕਿ ਸਮੇਂ ਦੀ ਨਜਾਕਤ ਨੂੰ ਦੇਖਦਿਆਂ ਹੋਇਆ ਕਿਉਂਕਿ ਅਗਲੀ ਜਿਹੜੀ ਆਈਟਮ ਹੈ ਉਹ ਤਿਆਰ ਹੈ। ਗੱਲਾਂ ਬਹੁਤ ਆ, ਵਿਚਾਰਾਂ ਬਹੁਤ ਆ ਔਰ ਬੁਲਾਰੇ ਵੀ ਬਹੁਤ ਆ। ਮੈਂ ਚੇਤਨਾ ਮਾਰਚ ਕਮੇਟੀ ਦਾ ਮੈਂਬਰ ਹੁੰਦਿਆਂ ਔਰ ਚੇਤਨਾ ਮਾਰਚ ਦੇ ਜਿਹੜੇ ਸਾਥੀ ਆ ਜਿਹੜੇ ਸਹਿਯੋਗ ਦਿੰਦੇ ਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਅੱਜ ਦੇ ਜਨਮ ਦਿਨ ਦੀਆਂ ਜਿਹੜੀਆਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਮਨਾ ਰਹੇ ਆ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ। ਜੈ ਭੀਮ, ਜੈ ਭਾਰਤ।